ਕਾਂਗੜਾ ਦੇ ਵਿੱਚ ਜਿੱਥੇ ਸ਼ਕਤੀਪੀਠ ਸ਼੍ਰੀ ਜਵਾਲਾਮੁਖੀ ਸੁਸ਼ੋਭਿਤ ਹੈ, ਜਿੱਥੇ ਸ਼ਰਧਾਲੂ ਬੜੀ ਸ਼ਰਧਾ ਦੇ ਨਾਲ ਇੱਥੇ ਆਉਂਦੇ ਨੇ, ਮੱਥਾ ਟੇਕਦੇ ਨੇ ਤੇ ਉਸ ਦੇ ਬਿਲਕੁਲ ਨੇੜੇ ਇੱਕ ਹੋਰ ਮੰਦਿਰ ਸਥਾਪਿਤ ਹੈ ਜੋ ਸ਼੍ਰੀ ਰਘੁਨਾਥ ਮੰਦਿਰ ਕਰਕੇ ਜਾਣਿਆ ਜਾਂਦਾ ਹੈ, ਪਰ ਖਾਸ ਕਰਕੇ ਇਸ ਦੀ ਪ੍ਰਸਿੱਧੀ ਟੇਡਾ ਮੰਦਿਰ ਕਰਕੇ ਹੋਈ ਹੈ। ਕੁਝ ਹੀ ਦੂਰੀ ਤੇ ਹੈ, ਹਾਲਾਂਕਿ ਇਸ ਦਾ ਰਸਤਾ ਜਵਾਲਾਮੁਖੀ ਦੇ ਬਿਲਕੁਲ ਨਾਲ ਹੀ ਚੜ੍ਹਾਈ ਕਰਕੇ ਵੀ ਆਉਂਦਾ ਹੈ, ਜਿੱਥੋਂ 2 ਤੋਂ 2.5 ਕਿਲੋਮੀਟਰ ਦਾ ਹੀ ਸਫ਼ਰ ਜਿਹੜਾ ਤੈਅ ਕਰਨਾ ਪੈਂਦਾ ਹੈ। ਪਰ ਦੂਸਰੇ ਪਾਸੇ ਸੜਕ ਰਾਹੀਂ ਵੀ ਜਿਹੜਾ ਇੱਥੇ ਤੁਸੀਂ ਅਗਰ ਜੇਕਰ ਕਿਸੇ ਵਾਹਨ ਥਰੂ ਅਗਰ ਆਉਣਾ ਚਾਹੁੰਦੇ ਹੋ ਤੇ ਉਹ ਵੀ ਪਹੁੰਚਿਆ ਜਾ ਸਕਦਾ। ਤੁਹਾਨੂੰ ਪਹੁੰਚ ਮਾਰਗ ਵੀ ਦਿਖਾਵਾਂਗੇ ਤੇ ਉੱਥੇ ਚੱਲ ਕੇ ਵੀ ਦਿਖਾਵਾਂਗੇ, ਕਿਉਂਕਿ ਕਿਹਾ ਜਾਂਦਾ ਹੈ ਕਿ ਕੁਝ ਸਾਲ ਪਹਿਲਾਂ ਜੋ ਭੂਚਾਲ ਆਇਆ ਸੀ ਉਸੇ ਕਰਕੇ ਹੀ ਮੰਦਿਰ ਦੀ ਜੋ ਇਮਾਰਤ ਹੈ ਉਹ ਟੇਢੀ ਹੋ ਗਈ, ਪਰ ਇਸ ਨੂੰ ਦੂਸਰੇ ਪਾਸੇ ਕਿਰਪਾ ਦੇ ਨਾਲ ਵੀ ਦੇਖਿਆ ਜਾਂਦਾ ਹੈ, ਜੋ ਕਿ ਅਜੇ ਵੀ ਉਸੇ ਹੀ ਰੂਪ ਦੇ ਨਾਲ ਟੇਢਾ ਹੀ ਜੋ ਮੰਦਿਰ ਹੈ ਉਸੇ ਤਰੀਕੇ ਦੇ ਨਾਲ ਅਜੇ ਵੀ ਉਹ ਟਿਕਿਆ ਹੋਇਆ ਹੈ ਤੇ ਸਦੀਆਂ ਪੁਰਾਣਾ ਇਹ ਜਿਹੜਾ ਮੰਦਿਰ ਹੈ ਉਹ ਕਿਹਾ ਜਾਂਦਾ। ਹੁਣ ਤੁਹਾਨੂੰ ਰਾਹ ਸਮਝਾ ਦਿੰਦੇ ਆ, ਬਿਲਕੁਲ ਠੀਕ ਇੱਥੇ ਜੋ ਰਾਹ ਹੈ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਜਵਾਲਾ ਜੀ ਤੋਂ ਕੁਝ ਦੂਰੀ ਤੇ ਯਾਨੀ ਕਿ 2.5 ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੀ ਸੱਪੜੀ ਕਰਕੇ ਇੱਕ ਇਲਾਕਾ ਆਉਂਦਾ, ਉਹਦੇ ਤੋਂ ਹੀ ਤੁਸੀਂ ਸੜਕ ਮਾਰਗ ਰਾਹੀਂ ਆਪਣੀ ਗੱਡੀ ਤੇ ਜਾਂ ਕਿਸੇ ਵੀ ਵਾਹਨ ਤੇ ਜਿਹੜਾ ਉਹ ਆਉਣਾ ਚਾਹੁੰਦੇ ਹੋ ਉੱਥੋਂ ਆ ਸਕਦੇ ਹੋ। ਤਾਂ ਬਿਲਕੁਲ ਰਾਹ ਦੇ ਵਿੱਚ ਆ ਕੇ ਜਿਹੜਾ ਹੈ ਉੱਥੇ ਇੱਕ 2 ਰਸਤੇ ਪੈਂਦੇ ਨੇ, ਉਸੇ ਤੋਂ ਹੀ ਇੱਕ ਰਸਤੇ ਤੇ ਜਿੱਥੇ ਲਿਖਿਆ ਵੀ ਹੋਇਆ ਹੈ, ਸਭ ਸਮਝਾਇਆ ਹੋਇਆ ਹੈ ਕਿ ਕਿਸ ਰਸਤੇ ਤੋਂ ਜਿਹੜਾ ਉਹ ਟੇਡਾ ਮੰਦਿਰ ਨੂੰ ਰਾਹ ਜਾਂਦਾ ਹੈ। ਤੇ ਬਿਲਕੁਲ ਉਸ ਤੋਂ ਜਦੋਂ ਥੋੜੀ ਹੋਰ ਅੱਗੇ ਆਵੋ ਤੇ ਉੱਥੇ ਹੀ ਆ ਕੇ ਤੁਹਾਨੂੰ ਆਪਣੇ ਵਾਹਨ ਜਿਹੜੇ ਰੋਕਣੇ ਪੈਣਗੇ, ਕਿਉਂਕਿ ਇਸ ਤੋਂ ਬਾਅਦ ਤੁਹਾਨੂੰ ਪੈਦਲ ਚੱਲਣਾ ਪਵੇਗਾ। 150 ਮੀਟਰ ਦੀ ਇੱਥੋਂ ਦੂਰੀ ਜਿਹੜੀ ਹੈ ਉਹ ਦਿਖਾ ਰਿਹਾ ਇਹ ਬੋਰਡ ਜਿਹੜਾ ਲੱਗਾ ਹੋਇਆ। ਇੱਥੇ ਆ ਕੇ ਹੀ ਤੁਹਾਨੂੰ ਇੱਕ ਪਾਸੇ ਆਪਣੀ ਗੱਡੀ ਜਾਂ ਜੋ ਵੀ ਵਾਹਨ ਜਿਸ ਰਾਹੀਂ ਤੁਸੀਂ ਇੱਥੇ ਤੱਕ ਪਹੁੰਚ ਰਹੇ ਹੋ ਉਸਨੂੰ ਇੱਕ ਪਾਸੇ ਲਗਾ ਕੇ ਉਸ ਤੋਂ ਬਾਅਦ ਜੋ ਪੈਦਲ ਰਸਤਾ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ। ਪੈਦਲ ਰਸਤਾ ਜਿਹੜਾ ਬਿਲਕੁਲ ਠੀਕ ਹੇਠਾਂ ਜਾਂਦਾ ਹੈ ਤੇ ਜੇਕਰ ਅਸੀਂ ਬੋਰਡ ਦੇ ਮੁਤਾਬਕ ਚੱਲੀਏ ਤਾਂ 150 ਮੀਟਰ ਦੇ ਇੱਥੋਂ ਦੂਰੀ ਦਿਖਾ ਰਿਹਾ ਕਿ ਇੱਥੋਂ ਜਾ ਕੇ 150 ਮੀਟਰ ਦੀ ਦੂਰੀ ਤੇ ਹੀ ਉਹ ਮੰਦਿਰ ਸਥਾਪਿਤ ਹੈ। ਤਾਂ ਬਹੁਤੀ ਦੇਰ ਨਾ ਲਗਾਉਂਦੇ ਹੋਏ ਚੱਲਦੇ ਆ ਮੰਦਿਰ ਦੇ ਵੱਲ ਤੇ ਦੇਖਦੇ ਹਾਂ ਕਿ ਉਹ ਅਜੇ ਵੀ ਜੋ ਦੱਸਿਆ ਜਾਂਦਾ ਕਿ ਅਜੇ ਵੀ ਉਸੇ ਹੀ ਹਾਲਾਤ ਦੇ ਵਿੱਚ ਮੰਦਿਰ ਟੇਢਾ ਹੀ ਹੈ ਤੇ ਉਸੇ ਤਰੀਕੇ ਦੇ ਨਾਲ ਟਿਕਿਆ ਹੋਇਆ। ਕੀ ਉਸ ਦਾ ਇਤਿਹਾਸ ਹੈ, ਕੀ ਉਸ ਦੀ ਮਹਿਮਾ ਹੈ, ਆਓ ਚੱਲ ਕੇ ਜਾਣਦੇ ਹਾਂ। ਤਾਂ ਕੁਝ ਮੀਟਰ ਦੀ ਦੂਰੀ ਤੇ ਹੀ ਚੱਲ ਕੇ ਹੁਣ ਅਸੀਂ ਪਹੁੰਚ ਚੁੱਕੇ ਹਾਂ ਟੇਡਾ ਮੰਦਿਰ ਦੇ ਵਿੱਚ, ਜਿਸ ਦਾ ਨਾਂ ਸ਼੍ਰੀ ਰਘੁਨਾਥ ਮੰਦਿਰ ਹੈ। ਲੇਕਿਨ ਟੇਡਾ ਮੰਦਿਰ ਹੋਣ ਕਰਕੇ ਇਸ ਨੂੰ ਜ਼ਿਆਦਾ ਪ੍ਰਸਿੱਧੀ ਮਿਲੀ ਹੈ ਤੇ ਲੋਕ ਦੂਰ ਦੂਰ ਤੋਂ ਸਿਰਫ ਇਸ ਦੀ ਇਮਾਰਤ ਦੇਖਣ ਦੇ ਲਈ, ਕਿਉਂਕਿ ਮੱਥਾ ਟੇਕਣ ਦੇ ਲਈ ਤਾਂ ਇੱਥੇ ਆਉਂਦੇ ਹੀ ਨੇ, ਪਰ ਖਾਸ ਤੌਰ ਤੇ ਉਹਨਾਂ ਦੇ ਅੰਦਰ ਇਹੀ ਹੁੰਦਾ ਹੈ ਕਿ ਆਖਿਰ ਇਹ ਮੰਦਿਰ ਇਸ ਨੂੰ ਟੇਢਾ ਕਿਉਂ ਕਿਹਾ ਜਾਂਦਾ। ਤਾਂ ਤਸਵੀਰ ਦੇ ਵਿੱਚ ਵੀ ਤੁਸੀਂ ਸਾਫ਼ ਤਰੀਕੇ ਨਾਲ ਦੇਖ ਸਕਦੇ ਹੋ ਕਿ ਦੂਰੋਂ ਦੇਖਣ ਦੇ ਨਾਲ ਵੀ ਸਾਫ਼ ਤੌਰ ਤੇ ਇਸ ਦੀ ਇਮਾਰਤ ਜੋ ਹੈ ਉਹ ਟੇਢੀ ਹੋਈ ਹੈ। ਹਾਲਾਂਕਿ ਕਦੋਂ ਇਹ ਘਟਨਾ ਹੋਈ ਸੀ ਜਦੋਂ ਤੋਂ ਲੈ ਕੇ ਹੀ ਮੰਦਿਰ ਐਵੇਂ ਹੀ ਟਿਕਿਆ ਹੋਇਆ ਹੈ ਤੇ ਇੱਥੇ ਜੋ ਇਹ ਥਾਂ ਹੈ, ਪਵਿੱਤਰ ਥਾਂ ਹੈ, ਉਸ ਨੂੰ ਲੈ ਕੇ ਕੀ ਕੁਝ ਇਸ ਦੀ ਮਹਿਮਾ ਆ ਉਸ ਬਾਰੇ ਵੀ ਤੁਹਾਨੂੰ ਸਭ ਦੱਸਾਂਗੇ। ਪਰ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿਸ ਨੂੰ ਦੇਖਣ ਦੇ ਲਈ ਖਾਸ ਤੌਰ ਤੇ ਲੋਕ ਇੱਥੇ ਆਉਂਦੇ ਨੇ, ਮੱਥਾ ਟੇਕਣ ਦੇ ਲਈ ਆਉਂਦੇ ਨੇ, ਕਿਉਂਕਿ ਜਿਵੇਂ ਹੀ ਜਵਾਲਾਮੁਖੀ ਦੇ ਮੰਦਿਰ ਤੋਂ ਹੋ ਕੇ ਮੱਥਾ ਟੇਕ ਕੇ ਸ਼ਰਧਾਲੂ ਬਾਹਰ ਆਉਂਦੇ ਨੇ ਤੇ ਇਸ ਪਵਿੱਤਰ ਥਾਂ ਤੇ ਵੀ ਜ਼ਰੂਰ ਆਉਂਦੇ ਨੇ, ਕਿਉਂਕਿ ਇਸ ਨੂੰ ਲੈ ਕੇ ਵੀ ਮਹਿਮਾ ਜਿਹੜੀ ਹੈ ਇਸ ਥਾਂ ਤੇ ਬਣੀ ਹੋਈ ਹੈ, ਕਾਫੀ ਮਹੱਤਵ ਹੈ। ਤੇ ਇੱਥੇ ਹਮੇਸ਼ਾ ਜੋ ਪਾਣੀ ਇੱਥੇ ਚੱਲਦਾ ਰਹਿੰਦਾ ਉਸ ਦੇ ਨਾਲ ਜੁੜਿਆ ਹੋਇਆ ਵੀ ਇਤਿਹਾਸ ਹੈ, ਉਹ ਸਭ ਜਾਣਾਂਗੇ। ਸਾਡੇ ਨਾਲ ਜੋ ਮੰਦਿਰ ਦੇ ਜੋ ਸੇਵਾਦਾਰ ਨੇ, ਜੋ ਪੁਜਾਰੀ ਨੇ, ਉਹ ਮੌਜੂਦ ਨੇ, ਕਾਫੀ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਨੇ। ਪੂਰੇ ਇਤਿਹਾਸ ਬਾਰੇ ਇਸ ਦੀ ਜਾਣਕਾਰੀ ਲਵਾਂਗੇ। ਇਸ ਜੋ ਇਹ ਪਵਿੱਤਰ ਥਾਂ ਹੈ ਇਸ ਦੇ ਇਤਿਹਾਸ ਬਾਰੇ ਵੀ ਦੱਸ ਦਿਓ ਤੇ ਕੀ ਇਸ ਦੀ ਮਹਿਮਾ ਹੈ ਉਹ ਵੀ ਦੱਸ ਦਿਓ। ये टेढ़ा मंदिर जो है भगवान राम लक्ष्मण सीता जी का है। श्री राम लक्ष्मण सीता जी वनवास के समय आए थे, फिर कुछ समय वनवास का जो यहाँ पर बिताया, मंदिर वाले स्थान पे थी कुटिया, अंदर सीता माता ने तपस्या की है, बीच में लक्ष्मण जी का स्थान है और ये बाहर बैरागियों का दूल्हा है। तो त्रेता युग में आए थे भगवान राम जी, द्वापर युग में पांडवों को वनवास हुआ तो अज्ञातवास के समय पांडवों ने मंदिर की स्थापना की। एक रात में पांडवों ने मंदिर की स्थापना की। अकबर ने यहाँ से नहर बनवाई माता के मंदिर के लिए, जो तो मैं पानी डाला यहीं से लेकर गया था, वो पानी चल रहा पीछे। 4 अप्रैल 1905 में भूकंप हुआ जिले कांगड़े में। उस भूकंप से 80% आबादी जो है नष्ट हो गई थी
और उसी भूकंप से मंदिर टेढ़ा हुआ, तब से नाम पड़ गया टेढ़ा मंदिर। अब ज़्यादा प्रसिद्धि टेढ़े मंदिर की, माता की परिक्रमा यहाँ पर समाप्त हो जाती है। जो ज्वाला जी की यात्रा यहाँ तक है, इसलिए श्रद्धालु जो है यहाँ पर आते हैं, और ज़्यादा करके आते हैं कि बिल्डिंग देखने, जो टेढ़ी बिल्डिंग है इसलिए आते हैं। वैसे राम जी का मंदिर है, रघुनाथ मंदिर, यह है मंदिर का इतिहास। तो जैसे ये कितने सालों से ऐसे ही टेढ़ा है, तो नहीं, कभी किसी तरह का कोई नुकसान या कुछ और कभी गिरा हो, कभी ऐसा हुआ? ऐसा कुछ नहीं है। ये बरामदा जो है ये बाद में बना, बाकी बिल्डिंग पुरानी है। जो टेढ़ी है वो बिल्कुल पुराना है, और ऐसे ही टिका हुआ है ऐसे इतनी देर टिका से? हुआ तब से जी। 1905 से लेकर आज दिन तक वैसे टिका हुआ है, और काफी टेढ़ा है। मतलब यहाँ पर पहले ये परिक्रमा नहीं थी, तो यात्री जो है ना, परिक्रमा थोड़ी क्लोज थी, तो यात्री परिक्रमा करने से डरते थे कि कहीं मंदिर ऊपर न गिर जाए। ये इतना इतना मतलब झुका था। हुआ था, बरामदा नहीं था आगे ना, तो सिंगल मंदिर था। तो मंदिर जो अभी भी आप देख सकते हैं कितने एंगल के ऊपर टेढ़ा है, तो इसलिए यात्री डरते थे कि परिक्रमा लगाने से कहीं ऊपर न गिरे। लेकिन ये इतने सालों से ऐसे ही टिका हुआ है। बिल्कुल ऐसा ही है जी, तब से लेकर आज दिन तक। और बाकी कुछ और भी थी बिल्डिंगें, वो नष्ट हो गई थी। जैसे वो पुरानी दीवार है एक, पहले इस तरफ को झुके आया था वो, तो पुराने जो कमरे थे वो गिर गए थे। क्योंकि आप कई सालों से इस जगह पे सेवा कर रही हैं, तो कभी किसी ने ऐसे नहीं मतलब सोचा कि इसको ठीक करने का? क्योंकि चलो है तो ये, अब तो प्रसिद्धि हो गई है, अब तो लोग आते ही इसी वजह से हैं देखने के लिए कितने सालों से ये कैसे टिका हुआ है। लेकिन इसको और मतलब टिकाने के लिए या ऐसे ही इसको टिकाऊ करने के लिए कभी इसकी सेवा शुरू हुई हो या कोई बात हुई हो? नहीं नहीं, कोई बात नहीं, ये सिर्फ बरामदा बनाया गया बाद में, आगे वाला जो है। बाकी इसको कोई ज़रूरत नहीं छेड़ने की, क्योंकि जो 1905 से लेकर आज दिन तक टिका हुआ है, तो अब इसको छेड़ने की कोई ज़रूरत नहीं है। ਬਿਲਕੁਲ, ਜੋ ਇੰਨੇ ਸਾਲਾਂ ਤੋਂ ਭੂਚਾਲ ਦੇ ਬਾਅਦ ਜਿਵੇਂ ਕਿ ਜਾਣਕਾਰੀ ਦੇ ਰਹੇ ਨੇ ਕਿ ਜੇ ਅਜੇ ਤੱਕ ਟਿਕਿਆ ਹੋਇਆ ਤੇ ਇਸ ਨੂੰ ਛੇੜਨ ਦੀ ਵੀ ਜ਼ਰੂਰਤ ਨਹੀਂ ਹੈ, ਕਿਉਂਕਿ ਇੰਨੇ ਸਾਲਾਂ ਤੋਂ ਹੀ ਇਹ ਇਮਾਰਤ ਜਿਹੜੀ ਟਿਕੀ ਹੋਈ ਹੈ, ਤੇ ਖਾਸ ਤੌਰ ਤੇ ਲੋਕ ਇੱਥੇ ਇਸੇ ਨੂੰ ਦੇਖਣ ਦੇ ਲਈ ਆਉਂਦੇ ਨੇ, ਇਹ ਜਾਣਨ ਦੇ ਲਈ ਆਉਂਦੇ ਨੇ ਕਿ ਆਖਰ ਉਹ ਕਿਹੜੀ ਚੀਜ਼ ਹੈ ਜਿਸ ਕਰਕੇ ਜਿਹੜਾ ਇੰਨੀ ਦੇਰ ਤੋਂ ਹੀ ਟਿਕਿਆ ਹੋਇਆ। ਜਿਵੇਂ ਕਿ ਇੱਕ ਰਾਹ ਤੁਹਾਨੂੰ ਦੱਸ ਚੁੱਕੇ ਹਾਂ ਕਿ ਸੜਕ ਰਸਤੇ ਜਿਹੜਾ ਇੱਥੇ ਤੱਕ ਪਹੁੰਚਿਆ ਜਾ ਸਕਦਾ, ਤਾਂ ਦੂਸਰੇ ਜਿਹੜੇ ਰਸਤੇ ਨੇ ਉਹ ਠੀਕ ਸਾਹਮਣੇ ਤੋਂ ਜਿਹੜੇ ਉੱਥੋਂ ਹੀ ਮੰਦਿਰ ਦੇ ਵਿੱਚ ਦਾਖਲ ਹੋ ਸਕਦੇ ਆ। ਉਹ ਰਸਤਾ ਵੀ ਤੁਹਾਨੂੰ ਦਿਖਾਵਾਂਗੇ। ਉਸ ਤੋਂ ਪਹਿਲਾਂ ਅਸੀਂ ਹਾਲਾਂਕਿ ਤੁਹਾਨੂੰ ਤਸਵੀਰਾਂ ਦਿਖਾ ਚੁੱਕੇ ਹਾਂ, ਜਿਹੜਾ ਪਾਣੀ ਇੱਥੇ ਚੱਲਦਾ ਰਹਿੰਦਾ ਉਸ ਨੂੰ ਲੈ ਕੇ ਵੀ ਜਿਹੜਾ ਦੱਸਿਆ ਹੈ ਕਿ ਉਸਦੀ ਮਹਾਨਤਾ ਕੀ ਹੈ ਕਿ ਅਕਬਰ ਨੇ ਵੀ ਜਿਹੜਾ ਜੋਤਾਂ ਤੇ ਪਾਣੀ ਜਿਹੜਾ ਛੱਡਿਆ ਸੀਗਾ ਉਹ ਇੱਥੋਂ ਹੀ ਉਹ ਪਾਣੀ ਲੈ ਕੇ ਗਏ ਸਨ। ਇਸ ਦੇ ਨਾਲ ਹੀ ਜੋ ਹੈ ਜੋ ਸੀਤਾ ਮਾਤਾ ਔਰ ਜੋ ਭਗਵਾਨ ਰਾਮ ਦੇ ਜੀ ਦੇ ਬਾਰੇ ਵੀ ਜੋ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਵੀ ਇਸ ਥਾਂ ਦੇ ਨਾਲ ਜਿਹੜਾ ਉਹ ਗੂੜਾ ਸੰਬੰਧ ਹੈ। ਬਨਵਾਸ ਵੇਲੇ ਉਹ ਇੱਥੇ ਆਏ ਸਨ, ਪਾਂਡਵ ਵੀ ਇਸ ਥਾਂ ਤੇ ਆਏ ਸਨ। ਤਾਂ ਪੂਰੀ ਤਰੀਕੇ ਦੇ ਨਾਲ ਦੇਖਿਆ ਜਾਵੇ ਤੇ ਕਾਫੀ ਜਿਹੜਾ ਗੂੜਾ ਤੇ ਲੰਬਾ ਜਿਹੜਾ ਵੱਡਾ ਇਤਿਹਾਸ ਹੈ, ਵਡਮੁੱਲਾ ਇਤਿਹਾਸ ਹੈ, ਪ੍ਰਾਚੀਨ ਇਹ ਥਾਂ ਹੈ। ਸਿਰਫ ਇਸ ਨੂੰ ਪ੍ਰਸਿੱਧੀ ਜ਼ਰੂਰ ਟੇਢਾ ਮੰਦਿਰ ਕਰਕੇ ਮਿਲੀ ਹੈ, ਲੇਕਿਨ ਇਸ ਦਾ ਇਤਿਹਾਸ ਜੋ ਹੈ ਉਹ ਕਾਫੀ ਵੱਡਾ ਹੈ। ਤੇ ਪੂਰੇ ਤੁਹਾਨੂੰ ਅਸੀਂ ਇਸ ਮੰਦਿਰ ਦੇ ਜਿਹੜੇ ਉਹ ਦਰਸ਼ਨ ਕਰਵਾ ਰਹੇ ਹਾਂ ਕਿ ਇਸ ਥਾਂ ਤੇ ਕੀ ਹੈ। ਤੇ ਇਹ ਮਾਤਾ ਸੀਤਾ ਜੀ ਦੀ ਪ੍ਰਾਚੀਨ ਗੁਫਾ ਹੈ, ਜਿੱਥੇ ਉਹ ਇੱਥੇ ਆ ਕੇ ਠਹਿਰਿਆ ਕਰਦੇ ਸਨ। ਔਰ ਤੁਹਾਨੂੰ ਜਿਹੜੀ ਇਹ ਗੁਫਾ ਜ਼ਰੂਰ ਦਿਖਾਵਾਂਗੇ, ਕਿਉਂਕਿ ਉਸ ਨੂੰ ਟਿਕਾਉਣ ਦੇ ਲਈ ਬਾਅਦ ਦੇ ਵਿੱਚ ਉਸ ਦਾ ਨਿਰਮਾਣ ਜ਼ਰੂਰ ਕੀਤਾ ਗਿਆ, ਉਸ ਨੂੰ ਤਾਂ ਕਿ ਇਹ ਸਦੀਵੀ ਟਿਕਾਊ ਰਹੇ। ਲੇਕਿਨ ਅੰਦਰ ਆ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ। ਕੈਮਰਾਮੈਨ ਨੂੰ ਕਹਾਂਗੇ ਕਿ ਉਹ ਤਸਵੀਰ ਜ਼ਰੂਰ ਦਿਖਾਉਣ। ਇੱਥੇ ਜਿਹੜੀ ਗੁਫਾ ਹੈ ਉਹ ਅਜੇ ਵੀ ਇੱਥੇ ਬਣੀ ਹੋਈ ਹੈ। ਇਸ ਤਰੀਕੇ ਦੇ ਨਾਲ ਇਸ ਨੂੰ ਇੱਥੇ ਟਿਕਾ ਕੇ ਰੱਖਿਆ ਹੋਇਆ ਹੈ। ਅੰਦਰ ਇੱਕ ਛੋਟਾ ਜਿਹਾ ਮੰਦਿਰ ਬਣਾਇਆ ਹੋਇਆ ਹੈ, ਪਰ ਇਸ ਦੇ ਪੁਰਾਣੇ ਅੰਸ਼ ਜਿਹੜੇ ਨੇ ਉਹ ਅਜੇ ਵੀ ਨਜ਼ਰ ਆਉਂਦੇ ਨੇ। ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਇਸ ਦੀ ਇਮਾਰਤ ਦੇ ਆਲੇ ਦੁਆਲੇ ਇਸ ਦੇ ਜ਼ਰੂਰ ਨਿਰਮਾਣ ਕੀਤਾ ਹੋਇਆ। ਉੱਪਰ ਅਜੇ ਵੀ ਜੋ ਪੁਰਾਣੀ ਚੀਜ਼ ਹੈ, ਜੋ ਇਮਾਰਤ ਹੈ, ਜੋ ਪਹਾੜ ਦਾ ਕੁਝ ਹਿੱਸਾ ਹੈ ਉਹ ਜ਼ਰੂਰ ਨਜ਼ਰ ਆ ਰਿਹਾ ਹੈ। ਇਸ ਤਰੀਕੇ ਦੇ ਨਾਲ ਜਿਹੜੀ ਗੁਫਾ ਅਜੇ ਵੀ ਉਂਝ ਹੀ ਰੱਖੀ ਹੋਈ ਹੈ। ਹਾਲਾਂਕਿ ਕਈ ਥਾਵਾਂ 'ਤੇ ਜਦੋਂ ਅਸੀਂ ਜਾਂਦੇ ਹਾਂ ਜਾਂ ਪਾਂਡਵਾਂ ਦੇ ਸਮੇਂ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਅਜੇ ਉਹਨਾਂ ਦੇ ਅੰਸ਼ ਜ਼ਰੂਰ ਜਿਹੜੇ ਦੇਖਣ ਨੂੰ ਮਿਲਦੇ ਨੇ। ਤੇ ਇਹ ਉਸ ਤੋਂ ਵੀ ਪੁਰਾਣੇ ਸਮੇਂ ਦੇ ਹੈ ਜਿਹੜਾ ਇਸ ਨੂੰ ਬਚਾ ਕੇ ਰੱਖਿਆ ਹੋਇਆ। ਅਜੇ ਵੀ ਇਸ ਦੀ ਸੰਭਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਲੋਕ ਇੱਥੇ ਆਉਂਦੇ ਨੇ ਤਾਂ ਬੜੇ ਖੁਸ਼ ਹੋ ਕੇ ਜਾਂਦੇ ਨੇ, ਕਿਉਂਕਿ ਪੁਰਾਣੀਆਂ ਚੀਜ਼ਾਂ ਉਹਨਾਂ ਨੂੰ ਦੇਖਣ ਨੂੰ ਮਿਲਦੀਆਂ। ਇਤਿਹਾਸ ਇੰਨਾ ਪੁਰਾਣਾ ਹੈ। ਇੱਥੇ ਸ਼੍ਰੀ ਰਾਮ ਔਰ ਸੀਤਾ ਮਾਤਾ ਬਨਵਾਸ ਦੇ ਵੇਲੇ ਜਦੋਂ ਇੱਥੇ ਆਏ ਸਨ, ਤੇ ਇਹ ਮਾਤਾ ਸੀਤਾ ਜੀ ਦੀ ਪ੍ਰਾਚੀਨ ਗੁਫਾ ਹੈ, ਜਿਸ ਨੂੰ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਤਰੀਕੇ ਦੇ ਨਾਲ ਇਸ ਨੂੰ ਮੇਨਟੇਨ ਕੀਤਾ ਹੋਇਆ ਤਾਂ ਕਿ ਇਹ ਸਦੀਵੀ ਟਿਕਾਊ ਰਹੇ, ਤੇ ਆਉਣ ਵਾਲੀ ਪੀੜ੍ਹੀਆਂ ਜਿਹੜੀਆਂ ਉਹ ਜ਼ਰੂਰ ਇਸ ਨੂੰ ਆ ਕੇ ਦੇਖਣ ਕਿ ਇੱਥੇ
ਕਿਸ ਤਰੀਕੇ ਦੇ ਨਾਲ ਕੀ ਕੁਝ ਸੀ, ਕਿਵੇਂ ਇੱਥੇ ਆ ਕੇ ਉਹ ਠਹਿਰੇ ਸਨ ਤੇ ਕਿਵੇਂ ਉਹਨਾਂ ਨੇ ਆਪਣਾ ਇੱਥੇ ਜਿਹੜਾ ਉਹ ਦਿਨ ਜਿਹੜੇ ਇੱਥੇ ਬਿਤਾਏ ਸਨ। ਤੁਹਾਨੂੰ ਦੂਸਰੇ ਪਾਸੇ ਜਿਹੜਾ ਹੈ ਉਹ ਰਸਤਾ ਵੀ ਦਿਖਾਵਾਂਗੇ, ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਕਿ ਇੱਥੇ ਪਹੁੰਚਣ ਦੇ ਜਿਹੜੇ 3 ਰਸਤੇ ਨੇ, ਔਰ 2 ਰਸਤੇ ਜਿਹੜੇ ਨੇ ਉਹ ਸਭ ਤੋਂ ਔਖੇ ਕਿਹਾ ਗਿਆ ਕਿਉਂਕਿ ਉਹ ਸਿੱਧੀ ਚੜ੍ਹਾਈ ਹੈ, ਜਿਸ ਨੂੰ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਅਸੀਂ ਖੜੀ ਚੜ੍ਹਾਈ ਜਿਹੜੀ ਉਹ ਕਹਿ ਦਿੰਦੇ ਹਾਂ। ਤੇ ਇਸ ਤਰੀਕੇ ਦੇ ਨਾਲ ਅਸੀਂ ਇੱਥੇ ਇਹ ਦੂਸਰਾ ਰਸਤਾ ਹੈ ਜਿਹਦੇ ਥਰੂ ਅਸੀਂ ਉੱਪਰ ਆ ਸਕਦੇ ਹਾਂ। ਉੱਬੜ ਖਾਬੜ ਰਸਤਾ ਹੈ ਜਿਹਨੂੰ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ, ਇਸ ਲਈ ਉੱਬੜ ਖਾਬੜ ਹੋਣ ਕਰਕੇ, ਕਿਉਂਕਿ ਪਹਾੜ ਦੇ ਵਿੱਚੋਂ ਦੀ ਇਹ ਕੱਟਿਆ ਹੋਇਆ ਰਸਤਾ ਹੈ ਜਿਸ ਤੋਂ ਉੱਪਰ ਆ ਸਕਦੇ ਹਾਂ, ਕਿਉਂਕਿ ਉਹ ਚੰਗੇ ਤਰੀਕੇ ਦੇ ਨਾਲ ਬਣਾਇਆ ਤਾਂ ਨਹੀਂ ਹੋਇਆ, ਇਸ ਲਈ ਉੱਬੜ ਖਾਬੜ ਵੀ ਹੈ ਔਰ ਆਉਣ ਦੇ ਲਾਇਕ ਨਹੀਂ। ਲੇਕਿਨ ਲੋਕ ਜਿਹੜੇ ਨੇ ਉਹ ਇੱਥੋਂ ਜ਼ਰੂਰ ਆਉਂਦੇ ਨੇ ਕਿਉਂਕਿ ਇੱਥੋਂ ਥੋੜ੍ਹਾ ਨੇੜੇ ਜ਼ਰੂਰ ਪੈਂਦਾ, ਲੇਕਿਨ ਉਹਨਾਂ ਨੂੰ ਪੈਦਲ ਹੀ ਇਸ ਥਾਂ ਤੱਕ ਪਹੁੰਚਣਾ ਪੈਂਦਾ ਜਦੋਂ ਇਹਨਾਂ ਦੋਵਾਂ ਰਸਤਿਆਂ ਤੋਂ ਹੋ ਕੇ ਇੱਥੇ ਤੱਕ ਪਹੁੰਚਦੇ ਨੇ। ਤਾਂ ਤੀਸਰਾ ਰਸਤਾ ਜਿੱਥੋਂ ਅਸੀਂ ਖੁਦ ਜਿਸ ਰਸਤੇ ਦੇ ਰਾਹੀਂ ਇੱਥੇ ਤੱਕ ਅਸੀਂ ਪਹੁੰਚੇ ਹਾਂ, ਉਹ ਰਸਤਾ ਅਸੀਂ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੇ ਹਾਂ ਕਿ ਜਵਾਲਾਮੁਖੀ ਤੋਂ 2.5 ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੀ ਇੱਕ ਇਲਾਕਾ ਆਉਂਦਾ ਹੈ ਸੱਪੜੀ ਨਾਂ ਦਾ, ਜਿੱਥੇ ਕੁਝ ਕਿਲੋਮੀਟਰ ਜਦੋਂ ਤੁਸੀਂ ਦੂਰ ਜਾਂਦੇ ਹੋ 7 ਤੋਂ 8 ਕਿਲੋਮੀਟਰ ਦੂਰ ਜਾ ਕੇ ਇੱਕ 2 ਰਸਤੇ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਜੋ ਹੇਠਾਂ ਰਸਤਾ ਜਾਂਦਾ ਹੈ ਉੱਥੋਂ ਹੀ ਵਾਹਨ ਅੱਗੇ ਜਾਂਦਾ ਹੈ। ਤਾਂ ਫਿਰ ਤੁਸੀਂ ਆਪਣੇ ਵਾਹਨ ਖੜੇ ਕਰਕੇ 150 ਮੀਟਰ ਪੈਦਲ ਚੱਲ ਕੇ ਇਸ ਥਾਂ ਤੇ ਪਹੁੰਚਦੇ ਹੋ। ਇਸ ਤਰੀਕੇ ਨਾਲ ਇਹ 3 ਰਸਤੇ ਨੇ। ਤਾਂ ਉਹ ਇੱਕ ਵਾਰ ਫਿਰ ਤੋਂ ਤੁਹਾਨੂੰ ਜਿਹੜੇ ਆ ਉਹ ਪਾਣੀ ਜ਼ਰੂਰ ਦਿਖਾਵਾਂਗੇ, ਕਿਉਂਕਿ ਜੋ ਇਸ ਦਾ ਇਤਿਹਾਸ ਹੈ ਉਹ ਇਹੀ ਹੈ ਕਿ ਇਹ ਉਹੀ ਪਾਣੀ ਹੈ ਜਦੋਂ ਅਕਬਰ ਨੇ ਇੱਥੋਂ ਜਗਦੀਆਂ ਜੋਤਾਂ ਦੇ ਉੱਪਰ ਪਾਣੀ ਜਿਹੜਾ ਉਹ ਚਲਾਇਆ ਸੀ, ਜੋਤਾਂ ਨੂੰ ਬੁਝਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਪਾਣੀ ਇੱਥੋਂ ਚਲਾਇਆ ਸੀ। ਲੇਕਿਨ ਉਸ ਤੋਂ ਬਾਅਦ ਜਿਹੜੀਆਂ ਜੋਤਾਂ ਨੇ ਉਹ ਪਾਣੀ ਦੇ ਉੱਪਰ ਤਰਨ ਲੱਗ ਪਈਆਂ ਸਨ, ਲੇਕਿਨ ਬੁਝਿਆ ਨਹੀਂ ਸੀ। ਤਾਂ ਇਸ ਤਰੀਕੇ ਦੇ ਨਾਲ ਜੋ ਜਵਾਲਾ ਜੀ ਦੀ ਜੋ ਮਹਿਮਾ ਹੈ, ਜੋ ਮਹਾਨਤਾ ਹੈ, ਉਸ ਦੇ ਨਾਲ ਵੀ ਇਸ ਦਾ ਇਤਿਹਾਸ ਜਿਹੜਾ ਉਹ ਜੁੜਿਆ ਹੋਇਆ। ਤੇ ਦੈਨਿਕ ਸਵੇਰਾ ਦੀ ਕੋਸ਼ਿਸ਼ ਹੈ ਕਿ ਜਿਹੜੀਆਂ ਅਜਿਹੀਆਂ ਥਾਵਾਂ ਨੇ ਜੋ ਸਾਡੇ ਵਿਚਾਲੇ ਹੀ ਨੇ, ਲੇਕਿਨ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉੱਥੇ ਨਹੀਂ ਪਹੁੰਚ ਪਾਉਂਦੇ ਜਾਂ ਪਹੁੰਚਣ ਦੇ ਵਿੱਚ ਅਸੀਂ ਦੇਰੀ ਹੋ ਜਾਂਦੇ ਹਾਂ, ਜਾਂ ਜਾਣਕਾਰੀ ਘੱਟ ਹੋਣ ਦੇ ਚਲਦਿਆਂ ਅਸੀਂ ਉੱਥੇ ਪਹੁੰਚਣ ਦੇ ਵਿੱਚ ਸਾਨੂੰ ਮੁਸ਼ਕਿਲ ਆਉਂਦੀ ਹੈ। ਤਾਂ ਦੈਨਿਕ ਸਵੇਰਾ ਦੀ ਕੋਸ਼ਿਸ਼ ਹੈ ਕਿ ਅਜਿਹੀਆਂ ਥਾਵਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇ, ਤਾਂ ਕਿ ਜੇਕਰ ਤੁਸੀਂ ਕਿਸੇ ਵੀ ਵੇਲੇ ਇੱਥੇ ਆਉਣਾ ਹੋਵੇ ਤੇ ਤੁਹਾਨੂੰ ਪੂਰੇ ਰਸਤਿਆਂ ਬਾਰੇ ਪਤਾ ਹੋਵੇ ਤੇ ਉਸ ਥਾਂ ਦੀ ਇਤਿਹਾਸ ਬਾਰੇ, ਉਸ ਦੀ ਮਹਾਨਤਾ ਬਾਰੇ ਵੀ ਜ਼ਰੂਰ ਜਿਹੜੀ ਹੈ ਉਹ ਜਾਣਕਾਰੀ ਮਿਲਦੀ ਰਹੇ। ਤੇ ਹੋਰ ਅਜਿਹੀਆਂ ਮਹਾਨ ਇਤਿਹਾਸਕ ਥਾਵਾਂ ਤੇ ਵੀ ਲੈ ਕੇ ਚੱਲਾਂਗੇ। ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਕੈਮਰਾਮੈਨ ਪਵਨ ਕਨੋਜਾ ਦੇ ਨਾਲ ਸੁਰੁਚੀ ਮੰਦਰ, ਟੇਡਾ ਮੰਦਿਰ, ਜਵਾਲਾ ਜੀ।